ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤੋਸੋ ਨਾਥ ਅਨਾਥ ਨਮੋ ਸਰ ਤੋਸੋ ਨ ਦਾਨੀ ਨਮੋ ਸੋ ਭਿਖਾਰੀ ਮੋਸੋ ਨ ਦੀਨ ਦਇਆਲ ਨ ਤੋ ਸਰ ਮੋਸੋ ਅਗਿਆਨ ਨ ਤੋ ਸੋ ਵਿਚਾਰੀ ਮੋਸੋ ਨ ਪਤਿਤ ਪਾਵਨ ਨ ਤੋ ਸਰ मोसो भिकारी न तो सो उपकारी मोरे हैं अवगुण तू गुण सागर जातर सातल ओट तुहारी मोरे हैं अवगुण तू गुण सागर जातर सातल ओट तुहारी आसरा दी आसरा दी मैनू तेरे चरना दा आसरा दी मैनू तेरे चरना दा आसरा दी मैनू तेरे चरना 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 तेरे चरना तेरे चरना
ਚਰਨਾਂ ਦਾ ਤੇਰੇ 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 ਚਰਨਾਂ ਦਾ ਸਤਿਗੁਰ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ 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 ਜੀ ਮੈਨੂੰ ਤੇਰੇ ਚਰਨਾਂ ਦਾ ਸੁਰਗ ਨਰਕ ਤੇ ਮੈਂ ਰਹਿਓ सतगुरु कै प्रसाद चरण कमल की मौज में है रहो अंत अर आद कबीर चरण कमल की मौज को कहो कैसे अनुमान कहबे को शोभा नहीं देखा ही परवान चित चरण कमल का आसरा चित चरण कमल संग जोड़िए मन लोचे मोरे आइया शब्द ये हो मन होड़िए बाहिर नांदी पकड़िए फिर दीजे बाहे न छोड़िए तेग बहादुर बोलिया हर भैया धर्म ना छोड़िए मेरा रख लई मान नमाने दा रख लई मान नमाने दा मेरा रख लई मान निभाने 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 दा एक तेरा ही परवासा तेरा ही एक तेरा ही परवासा जी मेरा रख लई मान निभाने रख लई मान निभाने तेरा ही परवासा रख लई मान निभाने दा मेरा रख लई मान निभाने दा तेरा ही परवासा रख लई मान निभाने दा मेरा रख लई मान निभाने दा सबदार छड़ के तेरा दर मल्लिया सबदार छड़ के सबदार छड़ के तेरा दर मल्लिया मेरा रख लई मान निभाने रख लई मान निभाने अंदर छड़ के तेरा दर मल्लिया रख लई मान निभाने दा मेरा रख लई मान निभाने दा अंदर छड़ के तेरा दर मल्लिया रख लई मान निभाने दा मेरा रख लई मान निभाने दा दुखियां दे दुखड़े दुखियां दे दुखड़े कौन सुने दुखियां दे दुखड़े कौन सुने कौन सुने
सतगुर तेरे भजो, सतगुर तेरे, मेरे सतगुर तेरे भजो, दुखियां दे दुखड़े कौन, दुखियां दे दुखड़े कौन सुने। सतगुर तेरे भजो, दुखियां दे दुखड़े कौन सुने, दुखियां दे दुखड़े कौन सुने। मेरे सतगुर तेरे भजो, दुखियां दे दुखड़े कौन सुने, दुखियां दे दुखड़े कौन सुने। मेरे सतगुर तेरे भजो, सतगुर मेरे सतगुर तेरे भजो, दुखियां दे दुखड़े कौन, दुखियां दे दुखड़े कौन सुने। सतगुर तेरे भजो, दुखियां दे दुखड़े कौन सुने, दुखियां दे दुखड़े कौन सुने। मेरे सतगुर तेरे भजो, दुखियां दे दुखड़े कौन सुने, दुखियां दे दुखड़े कौन सुने। जपो वाहेगुरु, 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 वाहेगुरु। सारे बोलो 2 मिनट अखा बंद करके। वाहेगुरु, 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 बोलो वाहेगुरु, 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 जपो जपो वाहेगुरु, 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 वाहेगुरु। Vaheru, 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 Vaheru,
ਵਾਹਿਗੁਰੂ 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 ਵਿਸਰ ਨਹੀਂ ਦਾਤਾ ਵਿਸਰ ਨਹੀਂ ਦਾਤਾ ਆਪਣਾ ਨਾਮ ਹੋ ਜੀ ਆਪਣਾ ਨਾਮ ਹੋ ਵਿਸਰ ਨਹੀਂ ਦਾਤਾ ਵਿਸਰ ਨਹੀਂ ਦਾਤਾ ਆਪਣਾ ਨਾਮ ਲਿਓ ਜੀ ਆਪਣਾ ਨਾਮ ਲਿਓ ਗੁਣ ਗਾਵਾਂ ਤੇਰਾ 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 ਗੁਣ ਗਾਵਾਂ ਗੁਣ ਗਾਵਾਂ ਤੇਰਾ 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 ਨਾਮ ਤੁਝਾਓ ਜੀ ਨਾਮ ਤੁਝਾਓ ਇਹੋ ਵਿਸਰ ਨਹੀਂ ਦਾਤਾ ਆਪਣਾ ਨਾਮ ਵਿਸਰ ਨਹੀਂ ਦਾਤਾ ਦਾਤਾਰ ਆਪਣਾ ਨਾਮ ਦਿਓ ਜੀ ਆਪਣਾ ਨਾਮ ਦਿਓ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਸਾਰਿਆਂ ਉੱਤੇ ਹੀ ਮਿਹਰ ਕੀਤੀ ਹੈ ਜੋ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਲਾਸਟ ਦੀਵਾਨ ਵਿੱਚ ਸਮੂਲੀਅਤ ਕਰਨ ਲਈ ਪੁੱਜੇ ਸ਼ੇਰੋ ਨਗਰ ਦੀ ਸੰਗਤ ਨੂੰ 3 ਦਿਨ ਦਾ ਸਮਾਂ ਬਖਸ਼ਿਆ ਗੁਰੂ ਸਾਹਿਬ ਜੀ ਨੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦਾ ਸਮਾਂ ਦਿੱਤਾ ਅੱਜ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਪੁੱਜੇ ਅੱਜ ਉਹ ਵੀ ਭਾਗਾਂ ਵਾਲੇ ਗੁਰਮੁਖ ਹਨ ਜਿਨ੍ਹਾਂ ਸੁਣਿਆ ਹੈ ਔਰ ਮੰਨਿਆ ਵੀ ਹੈ ਅੰਮ੍ਰਿਤ ਦੀ ਮਹਾਨ ਅਮੋਲਕ ਦਾਤ ਜਿਹੜੇ ਪ੍ਰਾਪਤ ਕਰ ਰਹੇ ਨੇ ਉਹ ਭਾਗਾਂ ਵਾਲੇ ਨੇ ਮੈਂ 2-4 ਸੇਵਾਦਾਰਾਂ ਨੂੰ ਬੇਨਤੀ ਕਰਾਂਗਾ ਕਿ ਬੀਬੀਆਂ ਵਾਲੇ ਪਾਸੇ ਪੰਡਾਲ ਦੇ ਬਾਹਰ ਬੱਚੇ ਖੇਡਦੇ ਨੇ ਕਈ ਉਹਨਾਂ ਦੀ ਆਵਾਜ਼ ਅੰਦਰ ਤੱਕ ਸੁਣਦੀ 2-4 ਸਿੰਘ ਜਰਾ
ਜਾ ਕੇ ਵੇਖੋ, ਉਹਨਾਂ ਨੂੰ ਪਿਆਰ ਨਾਲ ਬੱਚਿਆਂ ਨੂੰ ਚੁੱਪ ਕਰਾਓ, ਕਿਉਂਕਿ ਸਬਬ ਨਾਲ ਸਤ ਸੰਗਤ ਦੀਆਂ ਘੜੀਆਂ ਮਿਲਦੀਆਂ ਨੇ ਔਰ ਪੂਰਾ ਲਾਹਾ ਤਦ ਹੀ ਲਿਆ ਜਾ ਸਕਦਾ ਹੈ ਅਗਰ ਮਨ ਬਿਰਤੀਆਂ ਇਕਾਗਰ ਕਰਕੇ ਬੈਠਿਆ ਜਾਵੇ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਪਰਮ ਗਤੀ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਗਾਉਂਦੇ ਨੇ ਤੇ ਸੁਣਦੇ ਨੇ, ਪਰ ਬਸ਼ਰਤੇ ਚਿਤ ਲਾ ਕੇ। ਚਿਤ ਲਾ ਕੇ ਜਦੋਂ ਤਨ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਆਉਣਾ ਸ਼ੁਰੂ ਕਰ ਦਿੰਦੇ ਆ, ਹੌਲੀ ਹੌਲੀ ਮਨ ਵੀ ਆਉਣ ਲੱਗ ਪੈਂਦਾ। ਕੰਨਾਂ ਨਾਲ ਗੁਰਸਿੱਖ ਜਦੋਂ ਸੁਣਨਾ ਸ਼ੁਰੂ ਕਰਦਾ, ਹੌਲੀ ਹੌਲੀ ਫਿਰ ਮਨ ਵੀ ਸੁਣਨ ਲੱਗ ਪੈਂਦਾ। ਜਦੋਂ ਜੀਭ ਤੋਂ ਬੋਲਦਾ, ਹੌਲੀ ਹੌਲੀ ਫਿਰ ਮਨ ਵੀ ਬੋਲਣ ਲੱਗ ਪੈਂਦਾ। ਲਗਾਤਾਰ ਸੰਗਤ ਕਰਦੇ ਰਹੀਏ। ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਮਦਰਸ਼ ਧਿਆਨੀ ਹੈ। ਸ਼ਬਦ ਵਿਵੇਕ ਇਕ ਟੇਕ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਸਾਧ ਸੰਗਤ ਦੇ ਰੋਜ਼ ਦਰਸ਼ਨ ਕਰਦਾ ਨਾ, ਜਿਹੋ ਜਿਹਾ ਮਰਜ਼ੀ ਹੋਵੇ, ਉਹਦੇ ਅੰਗ ਪੈਰ ਠੀਕ ਨਾ ਹੋਣ, ਭਾਵੇਂ ਰੰਗ ਜਿੱਦਾਂ ਦਾ ਮਰਜ਼ੀ ਹੋਵੇ, ਸਾਧ ਸੰਗਤ ਦੇ ਦਰਸ਼ਨ ਕਰਨ ਵਾਲਾ ਦਰਸ਼ਨੀ ਹੋ ਜਾਂਦਾ ਹੈ। ਦਰਸ਼ਨੀ, ਕਈ ਵਾਰੀ ਆਪਾਂ ਕਹਿੰਦੇ ਨਾ ਫਲਾਣਾ ਤੇ ਬੰਦਾ ਬੜਾ ਦਰਸ਼ਨੀ, ਉਹਨੂੰ ਦਰਸ਼ਨ ਕਰਕੇ ਮਨ ਖਿੜ ਜਾਂਦਾ। ਦਰਸ਼ਨੀ ਬਣ ਜਾਂਦੇ ਨੇ ਉਹ ਜਿਹੜੇ ਰੋਜ਼ ਸਾਧ ਸੰਗਤ ਵਿੱਚ ਆਉਂਦੇ ਨੇ। ਤੇ ਬਣਦੇ ਕਿਉਂ ਨੇ? ਕਿਉਂਕਿ ਸੰਗਤ ਦੀ ਉਹਨਾਂ ਤੇ ਦ੍ਰਿਸ਼ਟੀ ਪੈਂਦੀ ਹੈ। ਜਦੋਂ ਸਾਰੀ ਸੰਗਤ ਨੇ ਵੇਖਣਾ, ਰੋਜ਼ ਸੰਗਤ 'ਚ ਆਉਣਾ ਹੈ, ਰੋਜ਼ ਆਉਣਾ ਹੈ, ਤੇ ਸੰਗਤ ਵਿੱਚ ਰੱਬ ਵਸਦਾ, ਰੱਬ ਪਰਮੇਸ਼ਰ ਦੀ ਦ੍ਰਿਸ਼ਟੀ ਪੈ ਜਾਂਦੀ। ਸੰਗਤ ਵਿੱਚ ਰੱਬ ਦਾ ਵਾਸਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਇਸ ਕਰਕੇ ਸਾਧ ਸੰਗਤ ਵਿੱਚ ਆਣਾ, ਰੋਜ਼ ਸੰਗਤ ਦੇ ਦਰਸ਼ਨ ਕਰਨੇ, ਇਹਦੇ ਨਾਲ ਭਾਵੇਂ ਕੁਝ ਵੀ ਹੋਵੇ ਮਨੁੱਖ ਉਹ ਸੋਹਣਾ ਲੱਗਣ ਲੱਗ ਪੈਂਦਾ। ਕਿਉਂਕਿ ਸੰਗਤ ਨੇ ਜੀਵਨ ਨੂੰ ਘੜ ਦੇਣਾ। ਸੰਗਤ ਕਰਦਿਆਂ ਕਰਦਿਆਂ ਜੀਵਨ ਘੜਿਆ ਜਾਂਦਾ। ਸਤਿਗੁਰੂ ਦੀ ਕਿਰਪਾ ਨਾਲ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ, ਤੇ ਕਦਰ ਤੇ ਗੁਣਾਂ ਦੀ ਪੈਂਦੀ, ਰੰਗ ਦੀ ਤੇ ਪੈਂਦੀ ਨਹੀਂ। ਜਾਤਾਂ ਪਾਤਾਂ ਤੇ ਅਸੀਂ ਬਣਾਈਆਂ ਨੇ ਲੋਕਾਂ ਨੇ, ਗੁਰੂ ਘਰ 'ਚ ਤੇ ਕੋਈ ਜਾਤ ਨਹੀਂ। ਜਿੱਥੇ ਜਾਤਾਂ ਪਾਤਾਂ ਵੇਖੀਆਂ ਜਾਂਦੀਆਂ ਨੇ, ਪਰਖੀਆਂ ਜਾਂਦੀਆਂ ਨੇ, ਉਹ ਸਿੱਖ ਹੀ ਨਹੀਂ ਹੋ ਸਕਦਾ ਗੁਰੂ ਦਾ। ਕਲਗੀਧਰ ਜੀ ਦਾ ਤੇ ਇੱਥੋਂ ਤੱਕ ਵੀ ਬਚਨ ਹੈ ਕਿ ਜਿਹੜਾ ਸਿੱਖ ਕਿਸੇ ਦੂਜੇ ਸਿੱਖ ਦੀ ਜਾਤ ਪੁੱਛਦਾ ਹੈ, ਉਹ ਮੇਰਾ ਸਿੱਖ ਹੀ ਨਹੀਂ ਹੋ ਸਕਦਾ। ਇੱਥੋਂ ਤੱਕ ਵੀ ਬਚਨ ਹੈ ਸਤਿਗੁਰ ਦਾ। ਕਿਸੇ ਤਰ੍ਹਾਂ ਦਾ ਵੀ ਹੋਵੇ, ਭਾਵੇਂ ਜਿਹੜਾ ਗੁਰਸਿੱਖ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਸੰਗਤ ਵਿੱਚ ਆਉਣ ਲੱਗ ਪੈਂਦਾ ਹੈ, ਗੁਣਵਾਨ ਬਣ ਜਾਂਦਾ ਹੈ, ਤੇ ਕਦਰ ਗੁਣਾਂ ਦੀ ਪੈਂਦੀ, ਰੰਗ ਦੀ ਕਦਰ ਨਹੀਂ, ਜਾਤ ਦੀ ਨਹੀਂ। ਇੱਥੇ ਵੇਖ ਨਹੀਂ ਆ ਆਪਾਂ, ਧਿਆਨ ਦਿਓ ਜਰਾ। ਕੋਇਲ ਨਾਲੋਂ ਕਾਲਾ ਕੋਈ ਨਹੀਂ, ਬਗਲੇ ਨਾਲੋਂ ਚਿੱਟਾ ਕੋਈ ਨਹੀਂ। ਪਰ ਕਦੀ ਕਿਸੇ ਨੇ ਵੇਖਿਆ? ਬਗਲੇ ਤੇ ਵਾਧੂ ਮਿਲ ਜਾਂਦੇ ਨੇ, ਜਿੰਨੇ ਮਰਜ਼ੀ ਫੜ ਲਓ। ਛੱਪੜਾਂ ਤੇ ਅਜੀਰੀਆਂ ਲਾਣੇ ਆ, ਕਿੰਨੇ ਬਗਲੇ ਆ ਜਾਂਦੇ ਨੇ। ਬਗਲੇ ਹੀ ਬਗਲੇ ਨੇ ਬੜੇ, ਜਿੰਨੇ ਮਰਜ਼ੀ ਲੱਭ ਲਓ। ਪਰ ਕਦੇ ਕਿਸੇ ਨੇ ਵੇਖਿਆ ਵੀ ਕਿਸੇ ਨੇ ਬਗਲੇ ਨੂੰ ਪਿੰਜਰੇ 'ਚ ਪਾ ਕੇ ਰੱਖਿਆ ਹੋਵੇ ਵੀ ਇੱਥੇ ਟੰਗੋ, ਸੋਹਣਾ ਬੜਾ ਲੱਗਦਾ ਹੈ, ਕਿੱਡਾ ਸੋਹਣਾ ਹੈ, ਚਿੱਟਾ ਇਹਦਾ ਰੰਗ ਹੈ। ਬਗਲੇ ਨਾਲੋਂ ਨਾਲੇ ਚਿੱਟਾ ਵੀ ਕੋਈ ਨਹੀਂ, ਸਫੈਦ ਹੈ, ਬਿਲਕੁਲ ਚਿੱਟਾ ਚਿੱਟਾ ਬਗਲਾ ਤੇ ਕਦੇ ਕਿਸੇ ਨੇ ਰੱਖਿਆ ਨਹੀਂ। ਕੋਇਲ ਸ਼ਾਹ ਕਾਲੀ ਹੋਵੇ, ਭਾਵੇਂ ਹਰ ਕੋਈ ਕਹਿੰਦਾ ਮੇਰੇ ਵਿਹੜੇ ਚਾਲਣਾ ਪਾ ਲਵੇ, ਬੋਲਦੀ ਬੜੀ ਸੋਹਣੀ ਲੱਗਦੀ। ਹੁਣ ਤੇ ਕੋਇਲਾਂ ਰਹੀਆਂ ਨਹੀਂ, ਦਰਖਤ ਹੀ ਨਹੀਂ ਰਹੇ, ਤੇ ਪੰਛੀ ਕੀ ਰਹਿਣੇ ਨੇ। ਅੱਜ ਤੋਂ 15 ਜਿਹੜੇ ਤੁਹਾਡੇ 'ਚ ਪੁਰਾਣੇ ਨੇ, ਉਹਨਾਂ ਨੇ ਤੇ ਬੜੇ ਦਰਖਤ ਵੇਖੇ ਹੋਣੇ ਨੇ। ਸਾਨੂੰ ਜਦੋਂ ਤੋਂ ਹੋਸ਼ ਆਈ ਏ ਉਦੋਂ ਤੋਂ ਵੇਖਿਆ, ਪਹਿਲਾਂ ਬੜਾ ਹਰਿਆਵਲ ਸੀ, ਹੁਣ ਤੇ ਦਰਖਤ ਛੱਡਿਆ ਹੀ ਨਹੀਂ ਕੋਈ, ਵੱਢੀ ਜਾਂਦੇ ਨੇ, ਵੱਢੀ ਜਾਂਦੇ ਨੇ। ਜਿਹੜੇ ਅੰਗਰੇਜ਼ ਲੋਕ ਨੇ ਨਾ, ਉਹ ਆਉਣ ਵਾਲੇ ਲੋਕਾਂ ਵਾਸਤੇ ਸੋਚਦੇ ਨੇ ਵੀ 500 ਸਾਲ ਬਾਅਦ ਕੀ ਹੋਏਗਾ। ਅਸੀਂ ਕਹਿੰਦੇ ਹਾਂ ਮਗਰਲੇ ਜੋ ਮਰਜ਼ੀ ਹੁੰਦਾ ਰਹੇਗਾ, ਸਾਨੂੰ ਲੱਕੜ ਦੀ ਲੋੜ ਹੈ, ਵੱਢੀ ਚੱਲੋ, ਸਾਡੀ ਫਸਲ ਖਰਾਬ ਹੁੰਦੀ ਹੈ। ਪਰ ਇਸੇ ਕਰਕੇ ਆਪਾਂ ਵੇਖਨੇ ਆ ਮੌਸਮ ਬਦਲ ਰਿਹਾ, ਸਾਰਾ ਕੁਝ ਇਸੇ ਕਰਕੇ ਦਰਖਤ ਵੱਢੀ ਜਾਂਦੇ ਨੇ, ਇਹਨਾਂ ਚੋਂ ਆਕਸੀਜਨ ਮਿਲਣੀ ਸੀ। ਸਾਡੇ ਰਿਸ਼ੀਆਂ ਨੇ, ਪੁਰਾਣਿਆਂ ਨੇ ਤੇ ਆਖਿਆ ਇਹ ਦੇਵਤੇ ਨੇ ਜੀ, ਤਰਵੈਣੀ ਹੈ ਜੀ, ਪਿੱਪਲ ਬਰੋਟਾ ਨਿੰਮ ਹੋਏ ਕਿ ਤਰਵੈਣੀ, ਇਹਨੂੰ ਮੱਥਾ ਟੇਕਿਆ ਕਰੋ। ਕਿਉਂ ਮੱਥਾ ਟੇਕਿਆ ਕਰੋ? ਵੀ ਦਰਖਤ ਨੇ, ਜਿਹੜਾ ਮੱਥਾ ਟੇਕੇਗਾ ਫਿਰ ਆਰੀ ਕਿਵੇਂ ਚਲਾਏਗਾ ਦਰਖਤ ਤੇ?
ਇਹ ਤਾਂ ਹੀ ਉਹਨਾਂ ਨੇ ਕਿਹਾ ਇਹ ਦੇਵਤੇ ਨੇ ਜੀ, ਇਹ ਦੇਵਤੇ। ਡਰਦੇ ਲੋਕ ਮੱਥੇ ਟੇਕਣ ਲੱਗ ਪਏ, ਪਰ ਉਹ ਕਿਤੇ ਕਿਤੇ ਤੇ ਮੱਥੇ ਵੀ ਟੇਕੀ ਜਾਂਦੇ ਨੇ, ਉਹਨਾਂ ਦਰਖਤਾਂ ਨੂੰ ਵੱਢੀ ਵੀ ਜਾਂਦੇ ਨੇ ਨਾਲ। ਜਿਵੇਂ ਪਾਣੀ ਨੂੰ ਪੂਜਣ ਦੀ ਮਰਿਆਦਾ ਵੀ ਇਦਾਂ ਹੀ ਚੱਲੀ ਹੈ ਵੀ ਪਾਣੀ ਨੂੰ ਲੋਕ ਸਤਿਕਾਰ ਦੇਣ, ਤਾਂ ਗੰਗਾ ਨੂੰ ਪੂਜਣ ਲੱਗ ਪਏ। ਗੰਗਾ ਮਈਆ ਬਣਾਤੀ। ਜਿਵੇਂ ਗਾਂ ਕਿੰਨੇ ਕੰਮ ਆਉਂਦੀ ਹੈ, ਉਹਦੇ ਹੱਡ ਚੰਮ ਸਭ ਕੁਝ ਵਿਕਦਾ ਹੈ। ਦੁੱਧ ਗਾਂ ਦਾ ਬੜਾ ਚੰਗਾ ਹੁੰਦਾ ਹੈ, ਮਲ ਵੀ ਵਿਕਦਾ ਹੈ ਉਹਦਾ, ਉਹ ਵੀ ਕੰਮ ਆ ਜਾਂਦਾ ਹੈ। ਤੇ ਸੰਗਤ ਜੀ ਗਾਂ ਇੰਨੀ ਚੰਗੀ ਸੀ, ਰਿਸ਼ੀਆਂ ਨੇ ਸੋਚਿਆ ਗਾਵਾਂ ਨੂੰ ਮਾਰੀ ਜਾਂਦੇ ਨੇ। ਉਹਨਾਂ ਨੇ ਕਹਿਤਾ ਗਊ ਮਾਤਾ ਹੈ, ਹੁਣ ਮਾਂ ਨੂੰ ਕਿਵੇਂ ਵੱਢੇ, ਗਊ ਮਾਤਾ ਬਣਾਤੀ। ਜਦੋਂ ਧਰਮ ਵਿੱਚ ਆ ਜਾਂਦਾ ਕਿਸੇ ਗੱਲ ਦੇ ਤੇ ਲੋਕ ਫਿਰ ਉਹਦੇ ਤੇ ਅਮਲ ਕਰ ਲੈਂਦੇ ਨੇ। ਇਹ ਬਹਾਨਾ ਹੀ ਬਣਿਆ, ਬਹਾਨੇ ਨਾਲ ਹੀ ਉਹ ਬਚ ਗਈ। ਪਰ ਆਪਾਂ ਵੀ ਵੇਖਦੇ ਅੱਜ ਗਊਆਂ ਦੀ ਵੀ ਕਿੱਦਾਂ ਹੋ ਰਿਹਾ। ਚਲੋ ਗੱਲ ਨਿਬੇੜੀਏ ਵੀ ਅੱਜ ਦਰਖਤ ਹੀ ਨਹੀਂ ਲੱਭਦੇ। ਪਰ ਮੈਂ ਇੱਕ ਬੇਨਤੀ ਜਾਂਦਾ ਜਾਂਦਾ ਕਰ ਜਾ, ਅਸੀਂ ਤੇ ਨਹੀਂ ਹੋਣਾ। ਆਪਣੀ ਜ਼ਿੰਦਗੀ 'ਚ 5-4 ਦਰਖਤ ਲਾਓ, ਉਹਨਾਂ ਨੂੰ ਪਾਣੀ ਲਾਇਆ ਕਰੋ, ਉਹਨਾਂ ਦੀ ਛਾਂ ਪੁੱਤ ਪੋਤਰੇ ਮੰਨਣਗੇ। 5-5 ਤੇ ਲਾ ਹੀ ਸਕਨੇ ਆ, ਭਾਵੇਂ ਖੇਤ 'ਚ ਲਾ ਦਿਓ, ਘਰ ਲਾ ਦਿਓ, ਕੋਈ ਖਾਲੀ ਥਾਂ ਉੱਥੇ ਲਾ ਦਿਓ। ਆਪਣੀ ਜ਼ਿੰਦਗੀ 'ਚ ਮੰਨੋ ਵੀ ਆ ਮੇਰੇ 5 ਲਾਏ ਹੋਏ ਨੇ, ਪਹਿਲਾਂ ਵੀ ਲਾਏ ਨੇ, ਹੋਰ ਵੀ ਲਾ ਦਿਓ। ਅੱਜ 5-5 ਲਾ ਦਿਓ, ਵੇਖੋ 25-30 ਹਜ਼ਾਰ ਦਰਖਤ। ਇੱਕ ਬੰਦਾ ਇੱਥੇ ਕਹਿ ਦੇ ਨਾ ਮੈਂ 5 ਲਾਂਗਾ ਤੇ 50,000 ਦਰਖਤ ਲੱਗ ਸਕਦਾ। ਜੇ ਹਰ ਬੰਦਾ ਕਹੇ ਵੀ ਮੈਂ 5 ਦਰਖਤ ਜ਼ਰੂਰ ਲਾਣੇ, ਆਉਣ ਵਾਲਿਆਂ ਵਾਸਤੇ ਆ। ਕੁਛ ਨਾ ਕੁਛ ਤੇ ਆਪਣੀ ਜ਼ਿੰਦਗੀ 'ਚ ਕਰੀਏ, ਅਸੀਂ ਨਹੀਂ ਹੋਣਾ, ਉਹ ਨਿਸ਼ਾਨੀ ਰਹਿ ਜਾਏਗੀ। ਉਹ 5 ਨੂੰ ਰੋਜ਼ ਪਾਣੀ ਲਾਓ, ਸੰਭੋ, ਉਹਨਾਂ ਦੀ ਸੰਭਾਲ ਵੀ ਕਰੋ। ਚਲੋ ਗੱਲ ਮੁਕਾਈਏ ਵੀ ਜਦੋਂ ਦਰਖਤ ਨਹੀਂ ਦਿਸਦੇ ਤੇ ਕੋਇਲਾਂ ਕਿੱਥੋਂ ਦਿਸਣੀਆਂ ਨੇ। ਬਗਲੇ ਨਾਲੋਂ ਚਿੱਟਾ ਕੋਈ ਨਹੀਂ, ਕੋਇਲ ਨਾਲੋਂ ਕਾਲਾ ਕੋਈ ਨਹੀਂ। ਕਦੇ ਕਿਸੇ ਨੇ ਬਗਲੇ ਨੂੰ ਪਿੰਜਰੇ ਵਿੱਚ ਬੰਦ ਨਹੀਂ ਕੀਤਾ, ਵਿਹੜੇ 'ਚ ਟੰਗਿਆ ਵੀ ਵੇਖਾ ਕਰਾਂਗੇ ਇਹਨੂੰ ਰੋਜ਼। ਕੋਇਲ ਨੂੰ ਹਰ ਕੋਈ ਚੰਗਾ ਸਮਝਦਾ ਹੈ। ਉਹਦਾ ਕਾਰਨ ਕੀ ਹੈ? ਬਗਲਾ ਚਿੱਟਾ ਹੋ ਕੇ ਵੀ ਸੋਹਣਾ ਨਾ ਲੱਗਿਆ, ਕੋਇਲ ਕਾਲੀ ਹੋ ਕੇ ਵੀ ਭੈੜੀ ਨਹੀਂ ਲੱਗਦੀ, ਛਾਂ ਕਾਲੀ ਪਰ ਫਿਰ ਵੀ ਸੋਹਣੀ ਲੱਗੇਗੀ। ਕਾਰਨ ਕੀ ਹੈ? ਬਗਲਾ ਚਿੱਟਾ ਹੋ ਕੇ ਵੀ ਚਿੱਟਾ ਨਹੀਂ ਲੱਗਦਾ, ਸੋਹਣਾ ਨਹੀਂ ਲੱਗਦਾ, ਕਿਉਂਕਿ ਉਹਨੂੰ ਉਹਦਾ ਔਗਣ ਮਾਰ ਗਿਆ। ਤੇ ਕੋਇਲ ਛਾਂ ਕਾਲੀ ਹੋ ਕੇ ਵੀ ਕਾਲੀ ਨਹੀਂ ਲੱਗਦੀ, ਉਹਨੂੰ ਉਹਦਾ ਗੁਣ ਤਾਰ ਗਿਆ। ਗੁਣ ਕੀ ਹੈ? ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਹੈ, ਉਹਦੀ ਆਵਾਜ਼ ਇੰਨੀ ਮਿੱਠੀ ਹੈ, ਛਾਂ ਕਾਲੀ ਵੀ ਹੈ ਪਰ ਉਹਦਾ ਗੁਣ ਉਹਨੂੰ ਉੱਚਾ ਲੈ ਜਾਂਦਾ ਚੁੱਕ ਕੇ। ਬਗਲਾ ਚਿੱਟਾ ਵੀ ਹੈ ਪਰ ਅਸੀਂ ਕਹਾਂਗੇ ਡੱਡੀਆਂ ਮੱਛੀਆਂ ਖਾਂਦਾ ਹੈ। ਇਹਦਾ ਖਾਣਾ ਤੇ ਵੇਖੋ ਕਿਦਾਂ ਦਾ, ਗੰਡੋਏ ਚੁੱਕ ਚੁੱਕ ਖਾਂਦਾ, ਡੱਡੀਆਂ ਮੱਛੀਆਂ ਖਾਂਦਾ, ਗੰਦਮੰਦ ਖਾਣ ਵਾਲਾ ਅਸੀਂ ਕਦੇ ਘਰ ਨਹੀਂ ਰੱਖਾਂਗੇ। ਤੇ ਇੱਥੋਂ ਫਿਰ ਸਮਝ ਪੈਣੀ ਚਾਹੀਦੀ ਹੈ ਵੀ ਕਦਰ ਬੰਦੇ ਦੇ ਗੁਣਾਂ ਦੀ ਹੈ, ਰੰਗ ਦੀ ਨਹੀਂ। ਰੰਗ ਦੀ ਕਦਰ ਨਹੀਂ ਪੈਣੀ। ਇਹ ਸਾਡਾ ਵੱਡਾ ਭਰਮ ਹੈ ਕਿ ਬੰਦਾ ਰੰਗ ਨਾਲ ਸੋਹਣਾ ਲੱਗਦਾ ਹੈ, ਜਾਤ ਉੱਚੀ ਨਾਲ ਬੰਦਾ ਉੱਚਾ ਹੁੰਦਾ ਹੈ। ਹੁੰਦੇ ਤੇ ਕਰਮ ਉੱਚੇ ਨੇ। ਤੂੰ ਬਾਹਮਣਾ ਘਰ ਜੰਮਿਆ ਤੇ ਕਰਮ ਮਾੜੇ ਨੇ, ਤੇਰੇ ਨੀਚ ਨੇ, ਤੇ ਕਿੱਧਰ ਦਾ ਉੱਚਾ ਹੈ? ਕਰਮ ਨਹੀਂ ਤੇਰੇ ਚੰਗੇ, ਕਰਮ ਉੱਚੇ ਕਰ ਲੈ। ਭਾਵੇਂ ਕਿਸੇ ਜਾਤ ਗੋਤ ਵਿੱਚ ਜਨਮ ਹੋ ਜਾਏ, ਉੱਚਾ ਹੈ, ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਤੇ ਸਤ ਸੰਗਤ ਇਸ ਕਰਕੇ ਕਿਸੇ ਵੀ ਜਾਤ ਵਿੱਚ ਬੰਦਾ ਪੈਦਾ ਹੋਵੇ, ਜਾਤਾਂ ਪਾਤਾਂ ਦੁਨੀਆ ਦੀਆਂ ਬਣਾਈਆਂ ਨੇ। ਅੰਮ੍ਰਿਤਧਾਰੀ ਜਦੋਂ ਗੁਰਸਿੱਖ ਹੋ ਜਾਂਦਾ ਉਦੋਂ ਸਭ ਜਾਤਾਂ ਪਾਤਾਂ ਖਤਮ ਹੋ ਜਾਂਦੀਆਂ ਨੇ। ਅਸਲ ਵਿੱਚ ਸਤਿਗੁਰੂ ਮਿਹਰ ਕਰਨ ਗੁਣਵਾਨ ਬਣੀਏ। ਤੇ ਚੰਗੇ ਗੁਣ ਸਿੱਖੀ ਦੇ ਕਿੱਥੋਂ ਨੇ? ਸਤ ਸੰਗਤ ਚੰਗੇ ਗੁਣਾਂ ਦੀ ਮਾਂ ਹੈ ਤੇ ਕੁਸੰਗਤ ਔਗੁਣਾਂ ਦੀ ਮਾਂ ਹੈ। ਜਿੰਨੇ ਬੰਦਾ ਚੰਗੇ ਗੁਣ ਸਿੱਖਦਾ ਹੈ ਸਤ ਸੰਗਤ ਵਿੱਚੋਂ ਸਿੱਖਦਾ ਹੈ, ਜਿੰਨੀਆਂ ਭੈੜੀਆਂ ਆਦਤਾਂ ਸਿੱਖਦਾ ਹੈ ਉਹ ਮਾੜੀ ਸੰਗਤ ਵਿੱਚੋਂ ਸਿੱਖਦਾ ਹੈ। ਉਹ ਚੰਗੀ ਸੰਗਤ ਮਾਂ ਦੀ ਵੀ ਹੋ ਸਕਦੀ ਹੈ, ਚੰਗੀ ਸੰਗਤ ਪਿਓ ਦੀ ਵੀ ਹੋ ਸਕਦੀ ਹੈ, ਚੰਗੀ ਸੰਗਤ ਦਾਦੇ ਦੀ, ਗਵਾਂਢੀ ਦੀ, ਰਿਸ਼ਤੇਦਾਰ ਦੀ ਵੀ ਹੋ ਸਕਦੀ ਹੈ। ਮਾੜੀ ਸੰਗਤ ਵੀ ਕਈ ਵਾਰੀ ਘਰੋਂ ਹੀ ਚੱਲ ਪੈਂਦੀ, ਪਿਓ ਹੀ ਪੀਂਦਾ ਤੇ ਬੱਚਾ ਵੇਖ ਕੇ ਪੀਣ ਲੱਗ ਪੈਂਦਾ। ਅੱਜ ਜਿੰਨੇ ਤੁਹਾਡੇ 'ਚ ਪੀਣ ਵਾਲੇ ਬੈਠੇ ਆ ਉਹ ਜ਼ਰੂਰ ਕਿਸੇ ਪੀਣ ਵਾਲੇ ਦੀ ਸੰਗਤ ਕਰਕੇ ਵਿਗੜੇ ਨੇ। ਉਹਨਾਂ ਨੇ ਵੇਖਿਆ ਹੋਣਾ ਕਿਸੇ ਨੂੰ ਪੀਂਦਿਆਂ ਯਾਰ ਵੇਲੀਆਂ ਦੇ ਨਾਲ ਰਲ ਕੇ ਪੀਣ ਲੱਗੇ, ਮਾੜੀ ਸੰਗਤ ਕਰਕੇ ਪੀਣ ਲੱਗੇ ਨੇ। ਤੇ ਜਿੰਨੇ ਅੱਜ ਤੁਹਾਡੇ 'ਚ ਅੰਮ੍ਰਿਤਧਾਰੀ ਨੇ ਉਹ ਕਿਸੇ ਨਾ ਕਿਸੇ ਦੀ ਸੰਗਤ ਕਰਕੇ ਜੁੜੇ ਨੇ। ਹੋ ਸਕਦਾ ਕਿਸੇ ਮਹਾਂਪੁਰਖ ਦੀ ਸੰਗਤ ਕੀਤੀ ਹੋਵੇ, ਹੋ ਸਕਦਾ ਘਰ ਵਿੱਚ ਮਾਂ ਦੀ ਵੀ ਸੰਗਤ ਹੋ ਗਈ ਹੋ ਸਕਦਾ ਪਿਓ ਹੀ ਚੰਗਾ ਹੋਵੇ। ਘਰ 'ਚੋਂ ਹੀ ਕਈ ਵਾਰੀ ਸਿੱਖੀ ਦੀ ਲਾਗ ਲੱਗ ਜਾਂਦੀ ਹੈ, ਲਗਨ ਲੱਗ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਚੰਗੇ ਗੁਣਾਂ ਦੀ ਮਾਂ ਸਤ ਸੰਗਤ ਹੈ। ਤੇ ਸੰਗਤ ਵਿੱਚ ਆਉਣ ਵਾਲਾ ਜਿਹੜਾ ਗੁਰਮੁਖ ਹੁੰਦਾ ਹੈ ਉਹ ਘੜਿਆ ਜਾਂਦਾ ਹੈ, ਉਹਦਾ ਜੀਵਨ ਵੱਖਰਾ ਹੈ। ਇਸੇ ਕਰਕੇ ਮਾੜੀ ਸੰਗਤ ਤੋਂ ਬਚਣ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ 'ਚ 4 ਗੱਲਾਂ ਤੇ ਬਹੁਤਾ ਜ਼ੋਰ ਹੈ। ਨੰਬਰ 1 ਤੇ ਨਾਮ, ਨੰਬਰ 2 ਤੇ ਨਾਮੀ, ਨੰਬਰ 3 ਤੇ ਚੰਗਿਆਂ ਦੀ ਸੰਗਤ ਕਰੋ, ਤੇ ਨੰਬਰ 4 ਤੇ ਮਨਮੁਖਾਂ ਦੀ ਸੰਗਤ ਤੋਂ ਬਚੋ।
ਇਹਦੇ ਦੇ ਆਲੇ ਦੁਆਲੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਘੁੰਮਦੀ। ਇਹੀ ਪ੍ਰਕਰਨ ਬਾਰ-ਬਾਰ ਆਉਣਗੇ। ਇੱਕੋ ਗੱਲ, ਨਾਮ ਤੇ ਨਾਮੀ, ਨਾਮ ਜਪਣ ਵਾਲਾ। ਪਹਿਲੇ ਨੰਬਰ ਤੇ ਨਾਮ ਦੀ ਮਹਿਮਾ, ਦੂਜੇ ਨੰਬਰ ਤੇ ਨਾਮ ਜਪਣ ਵਾਲਿਆਂ ਦੀ ਗੱਲ, ਤੀਜੇ ਨੰਬਰ ਤੇ ਚੰਗੀ ਸੰਗਤ ਦਾ ਫਲ, ਤੇ ਚੌਥੇ ਤੇ ਮਾੜੀ ਸੰਗਤ ਨਾ ਕਰੋ। ਬਸ ਇਸੇ ਗੱਲ ਤੇ ਜ਼ੋਰ ਹੈ, ਕਿਉਂਕਿ ਸੰਗਤ ਦਾ ਬੜਾ ਵੱਡਾ ਪ੍ਰਭਾਵ ਹੈ ਜੀਵਨ ਵਿੱਚ। ਹੁਣ ਮਾੜੀ ਸੰਗਤ ਅਸੀਂ ਨਹੀਂ ਜੀ ਕਰਦੇ। ਅੱਜ ਕੱਲ ਤੇ ਬਾਬਾ ਟੈਲੀਵਿਜ਼ਨ ਰੱਖਿਆ, ਉਹ ਹਰੇਕ ਦੇ ਘਰ ਹੀ ਹੈ, ਉਹਦੀ ਸੰਗਤ ਦਾ ਹੀ ਅਸਰ ਹੈ ਬਹੁਤ। ਤੁਸੀਂ ਵੇਖ ਲਿਓ, ਖਿਮਾ ਕਰਿਓ, ਜੇ ਸਰਵੇਖਣ ਕਰਕੇ ਵੇਖੋ, ਗੁਰੂ ਦੇ ਸਿੱਖ ਘੱਟ ਤੇ ਟੀਵੀ ਦੇ ਸਿੱਖ ਤੁਹਾਨੂੰ ਬਹੁਤੇ ਮਿਲਣਗੇ। ਕਿਉਂਕਿ ਜਿੱਦਾਂ ਟੀਵੀ 'ਚ ਕੱਪੜੇ ਪਾਉਂਦੇ ਨੇ ਉਦਾਂ ਦੇ ਸਾਡੇ ਬੱਚੇ ਪਾ ਲੈਂਦੇ, ਜਿੱਦਾਂ ਦੇ ਪਹਿਰਾਵੇ। ਇਹ ਸਨ 2000 ਤੋਂ ਬਾਅਦ ਆਇਆ ਬਹੁਤਾ ਘਰ ਘਰ ਟੈਲੀਵਿਜ਼ਨ, ਪਹਿਲਾਂ ਨਹੀਂ ਸੀ। 95 'ਚ ਆ ਕੇਬਲਾਂ ਵਗੈਰਾ ਲੱਗਣੀਆਂ ਸ਼ੁਰੂ ਹੋਈਆਂ ਨੇ। 95 'ਚ ਸ਼ਹਿਰਾਂ 'ਚ ਸੀ, ਫਿਰ ਹੌਲੀ ਹੌਲੀ ਪਿੰਡਾਂ 'ਚ, ਤੇ ਹੁਣ ਤੇ ਹਰ ਘਰ ਵਿੱਚ ਹੈ। ਤੇ 95 ਤੋਂ ਪਹਿਲਾਂ ਸਨ 90, ਸਨ 85, 80 ਪੁਰਾਣੀਆਂ ਸੀੜੀਆਂ ਵੀ ਮਹਾਂਪੁਰਖਾਂ ਦੀਆਂ ਮਿਲਦੀਆਂ ਨੇ। ਭਾਵੇਂ ਅੰਮ੍ਰਿਤ ਧਾਰੀ ਨਹੀਂ ਵੀ ਸਨ, ਪਰ ਹਰੇਕ ਦੇ ਸਿਰ ਤੇ ਦਸਤਾਰ ਹੋਏਗੀ। 100 ਚੋਂ 2 ਹੋਣਗੇ ਜਿਹੜੇ ਕੇਸਾ ਧਾਰੀ ਨਾ ਹੋਣ। 98 ਪੱਗਾਂ ਬੰਨ੍ਹਦੇ ਸੀ। ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਪੁਰਾਣੀਆਂ ਕੈਸਟਾਂ ਮਹਾਂਪੁਰਖਾਂ ਦੀਆਂ ਵੇਖੀ ਦੀਆਂ ਨੇ ਕਈ ਵਾਰੀ। 88, 90, 95। ਬਸ ਜਦੋਂ ਤੋਂ ਟੈਲੀਵਿਜ਼ਨ ਆ ਗਿਆ, ਮਹਾਂਪੁਰਖ ਸਾਡੇ ਕਹਿੰਦੇ ਸੀ ਟੀਵੀ ਦੀ ਬਿਮਾਰੀ ਹੈ, ਟੀਵੀ ਦਾ ਰੋਗ ਹੈ। ਘਰ ਘਰ ਵਿੱਚ ਅੱਜ ਜਿੱਦਾਂ ਦਾ ਕੁਝ ਹੋ ਰਿਹਾ ਉਹ ਫਿਰ ਚੰਗਾ ਵੀ ਹੈ। ਹੁਣ ਬੰਦਾ ਉਹਦੇ ਤੋਂ ਜਿਹੜਾ ਮਰਜ਼ੀ, ਜਿੱਧਰ ਨੂੰ ਮਰਜ਼ੀ ਤੁਰ ਪਵੇ। ਹੁਣ ਬਾਜੇ ਦੀਆਂ ਆਹੀ 7 ਸੁਰਾਂ ਨੇ, ਭਾਵੇਂ ਇਹਦੇ ਤੇ ਤੁਸੀਂ ਰਾਗ ਰੱਖ ਲਓ, ਭਾਵੇਂ ਚੰਗੇ ਸ਼ਬਦ ਅੱਖਰ ਚੰਗੇ ਰੱਖ ਲਓ। ਅੱਖਰ ਵੀ ਉਹੀ ਨੇ 35 ਜਿਹੜੇ ਗੀਤ ਨੂੰ ਲੱਗਦੇ ਨੇ, ਉਹੀ ਅੱਖਰ ਨੇ ਜਿਹੜੇ ਬਾਣੀ ਦੇ ਵਿੱਚ ਨੇ। ਬਾਣੀ ਪੜ੍ਹੀ ਜਾ ਰਹੀ, ਸਤਿਗੁਰੂ ਦੇ ਗੀਤ ਗਾਏ ਜਾਂਦੇ ਨੇ, ਸਤਿਗੁਰੂ ਦੀ ਸੋਭਾ ਹੁੰਦੀ। ਮਰਜ਼ੀ ਸਾਡੀ ਹੈ। ਹੁਣ ਟੈਲੀਵਿਜ਼ਨ ਵਿੱਚ ਚੰਗਾ ਵੀ ਆ ਰਿਹਾ, ਮਾੜਾ ਵੀ ਆ ਰਿਹਾ। ਕਈ ਕਹਿਣਗੇ ਅਸੀਂ ਤੇ ਰੋਜ਼ ਬਾਣੀ ਲਾ ਦਿੰਦੇ, ਅੰਮ੍ਰਿਤਸਰ ਦਾ ਕੀਰਤਨ ਹੁੰਦਾ ਨਾ, ਅਸੀਂ ਤਾਂ ਉਸੇ ਵੇਲੇ ਟੀਵੀ ਲਾ ਦਿੰਦੇ। ਇਹ ਨਹੀਂ ਪਤਾ ਸੁੱਚ ਲਾ ਕੇ ਸੌਣਨ ਕੰਧਾਂ ਸੁਣਦੀਆਂ ਰਹਿੰਦੀਆਂ ਨੇ। ਸੁਣਦੇ ਨਹੀਂ, ਸੁਣਨਾ ਤੇ ਉਦੋਂ ਹੀ ਹੈ ਜਦੋਂ ਹੋਰ ਕੁਝ ਆਉਣਾ ਹੈ। ਕਈ ਹੈਗੇ ਆ ਗੁਰਮੁਖ, ਅੰਮ੍ਰਿਤਸਰ ਕੀਰਤਨ ਹੁੰਦਾ, ਉਹ ਚੌਂਕੜਾ ਮਾਰ ਕੇ ਅੱਗੇ ਬੈਠ ਕੇ 4-4 ਘੰਟੇ, ਤੇ ਵੇਖੋ ਮੌਜਾਂ ਲੱਗ ਗਈਆਂ ਨੇ। ਕਿੱਡੀ ਕਿਰਪਾ ਹੈ। ਗੁਰਮੁਖ ਕਹਿੰਦੇ ਨੇ ਕਿੱਡੇ ਭਾਗਾਂ ਵਾਲੇ ਆ, ਅੰਮ੍ਰਿਤਸਰ ਦੇ ਦਰਸ਼ਨ ਘਰ 'ਚ ਹੀ ਹੋ ਜਾਂਦੇ। ਹੁਕਮਨਾਮਾ ਕਿਹੜਾ ਆਇਆ, ਘਰ 'ਚ ਹੀ ਸੁਣ ਰਹੇ। ਘਰ ਵਿੱਚ ਹੀ ਕਥਾ ਆਈ ਜਾਂਦੀ, ਘਰ 'ਚ ਹੀ ਕੀਰਤਨ ਆ ਰਿਹਾ। ਹੁਣ ਮਰਜ਼ੀ ਤੇ ਸਾਡੀ, ਅਸੀਂ ਲਾਹਾ ਕਿਹੜਾ ਲੈਣਾ, ਅਸੀਂ ਕਿਹੜੇ ਪਾਸੇ ਤੁਰਨਾ ਹੈ। ਮੀਡੀਆ ਆਇਆ ਤੇ ਇਹਦਾ ਫਾਇਦਾ ਵੀ ਹੈ, ਇਹਦਾ ਨੁਕਸਾਨ ਵੀ। ਗੱਲਾਂ ਦੋਵੇਂ ਨੇ, ਕਿਹੜੇ ਪਾਸੇ ਅਸੀਂ ਤੁਰਨਾ ਚਾਹੁੰਦੇ ਆ ਇਹ ਵੇਖੀਏ। ਚੰਗੇ ਪਾਸੇ ਲੱਗੀਏ ਤੇ ਉਹੀ ਬੜਾ ਵੱਡਾ ਕ੍ਰਾਂਤੀ ਦਾ ਸਾਧਨ ਬਣ ਜਾਏਗਾ, ਆਤਮਿਕ ਤਰੱਕੀ ਦਾ ਸਾਧਨ ਟੈਲੀਵਿਜ਼ਨ ਬਣ ਜਾਏਗਾ। ਪਰ ਜੇ ਗਲਤ ਪਾਸੇ ਪੈਣਾ ਤੇ ਉਹੋ ਜਿਹਾ ਵੀ ਕੋਈ ਅੰਤ ਨਹੀਂ। ਇਸ ਕਰਕੇ ਬਹੁਤ ਧਿਆਨ ਰੱਖਣ ਦੀ ਲੋੜ ਹੈ। ਕੋ ਸੰਗਤ ਜਿਹੜੀ ਹੈ, ਆਪਾਂ ਰੋਜ਼ ਪੜ੍ਹਦੇ ਆ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਰੇ ਮਰੋ ਕੁਸੰਗ ਕੀ ਕਿਲੇ ਨਿਕਟ ਜਿਉ ਬੇਰ, ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾ ਹੈ। ਰਾੜਾ ਸਾਹਿਬ ਵਾਲੇ ਮਹਾਂਪੁਰਖ ਧਾਰਨਾ ਪੜ੍ਹਦੇ ਸੀ, ਕਹਿੰਦੇ ਮੈਂ ਨਹੀਂ ਸਾਂ ਮਰਦੀ, ਮਾਰਿਆ ਕੁਸੰਗਤ ਨੇ। ਪਿਆਰ ਜੀ ਮਾਰੀ ਮੈਂ ਕੁਸੰਗ ਦੀ ਬੜਾ, 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 ਪਿਆਰ ਜੀ ਮਾਰੀ ਮੈਂ
केले निकट ज्यों बेर ओह चूलै, ओह चीरीए साकत संग ना है। पैदा होया केला ते नेड़े ही बेरी उग पई। किसी ने आख्या वेखो केले दे भाग किन्ने माड़े ने। दूजा कहंदा क्यों माड़े ने, केला अपनी थां ते बेरी अपनी थां। वो कहंदे नहीं, केले दे भाग माड़े ने, दोवें वधे। केले ने सोहणे पत्ते कढ ले, बेरी ने तिखे कंडे कढ ले। आई हवा, बेरी दियां तिखियां कंडियां ने केले दे पत्तियां नूं लीर लीर कर दिता। दोवें झूलण लग पए। इस सच्चाई है कि माड़ी संगत दा जिहड़ा ना समा पा के पता लगदा। पहला सानू लगदा भी कोई नहीं, मैं थोड़ा पींदा पींदा ते ये है, मैं थोड़ा पींदा, मैं थोड़ा विगड़िया ते ये है, चोर यार ते ये है, मैं ते नहीं ना इदां दा, इहदे नाल ही बहिना, मैं ते नहीं माड़ा। पर यह इशारा है कि केले दे नेड़े जे बेरी उग पवेगी, हौली हौली वधणगे, एक ना एक दिन नुकसान जरूर हो जाएगा। इसे करके कहते ने साकत बंदा जे सामने दिस पवे ओदे नाल हथ मिलाना, ओदे कोल बहना छड्ड, तू वेख के भज लिया कर। कबीर साकत संग ना कीजिए, दूरे जाइए भाग, भज ही लिया कर। वासन कारो परसीए तो कुछ लागे दा। काले बर्तन कोलों चिट्टे कपड़े पा के लंघेगा, थोड़ा ही लगे पर दाग जरूर लग जाएगा। ते दागी नूं थां नहीं इत्थे। दागी हो जाता ना जदों जीवन, फिर गल नहीं बनती। कबीर जग काजल की कोठरी, अंध परै तिस माहे, हों बलिहारी तिनको पैस जो निकस जाए। दागी हो जाता जीवन ना जदों ये ऐसे दाग होंदे ने, फिर सारी जिंदगी खेड़ा नहीं छड्डदे, जन्मां तक। कई दाग ऐसे ने, जिंदगी के वक्त ने वो दिन भी देखे हैं, लम्हों ने खता की, सदियों ने सजा पाई। गलती करन ते कितना क टाइम लगदा, लम्हे कुछ घड़ियां, कुछ पल, कुछ लम्हे, पर सदियां तक कई निक्की जी गलती दी सजा भोगनी पई। 5 मिनट जेड़ी गलती कीती है नहीं पता कई जुग वो गलती साडा खेड़ा ना छड्डे, सदियां तक। कईयां दे दादे पड़दादे कोई गल ऐसी कर जांदे ने, पुत पोतियां तक लोग बख्शदे नहीं, वेखो तुहाडा दादा इदां दा सी, सानू भी इदां ही याद किया जाना भी किदां दा जीवन सी, वेखिया जाना, बाद विच पता लगना। ते साध संगत कबीर साहब कहंदे ने कालख दी कोठी विच बंदा आया है, हर पासे कालख ही कालख है, दिसदा है नहीं, अंध परै तिस माहे। कालख दी कोठी है, आले दुआले कालख ही कालख है, अन्ना बंदा इहदे विच आ गया है। बलिहारे जाइए जे बेदाग वापस मुड़ जाए, दाग ना लगे ते ये हो नहीं सकता, बड़ा औखा है भी कालख दी कोठी होवे, अन्ना बंदा विच वड़े ते दाग लगे कोई ना। कालख ते इन्नी आले दुआले, भागा वाली ने जेड़े इन्नी कालख दे होण दे बावजूद भी बेदाग वापस मुड़ जाणगे। अजकल वेखने बेईमानियां बड़ियां ने, ठगियां बड़ियां ने, चंगा भला बंदा भी कहंदा मैं क्यों पिछे रवां। चंगा ऑफिसर जदों आ जांदा ना कदी इलाके च, ते जेड़े चंगे जेड़े बंदे बिगड़े होए ने सगों कहणगे ले बंदा ही बड़ा खराब है, सुणदा ही नहीं किसी दी, रिश्वत नहीं लैंदा। मैं कहा 10,000 ले ले, रफा दफा कर दे, सुणदा ही नहीं, बंदा ही बड़ा खराब। ओनू खराब कहंदे ने जेड़ा ठगियां ना मारे, जेड़ा रिश्वत ना लए, ओनू माड़ा गिणदे ने लोग अजकल दे। फिर जेड़े चंगे भी हुंदे ने वो भी सोचते हैं भी असीं काहनूं पिछे रहना है, ये लोग राजगुई इदां लुट्टी चलो जिन्ना लुट्टिया, इदां लोग सोचण लग पैंदे। चंगे बंदे भी फिर उन्हां दे विच रल जांदे ने। मैं बेनती करना ना अगे भी, बारिश पई, बारिश एक दफा ना पैण करके राजा तंग हो गया, जनता दुखी हो गई, पानी नहीं मिल रहा। ते कहंदे की करिए, वजीर नूं पुछया, कहंदे एक महात्मा ने उन्हां कोल चलने, उन्हां नूं कहंदे बाबा जी कोई अरदास करो मींह पै जाए। चले गए, कहंदे जी अरदास करो महापुरुषां नूं। वो कहंदे भाई बारिश नहीं हो सकती, परमेश्वर दी रजा है, ओहदा हुक्म है। नहीं जी, कहंदे मींह पवाओ, अरदास करो। उन्होंने अरदास कर दी, क्योंकि हुण वेखो है ते रजा विच, किते लोड़ है किते नहीं लोड़, परमेश्वर नूं ते सारियां दा फिकर है। दो आईयां धीआं, प्यो नूं एक कहंदी है बाग लाया है, बापू अरदास कर मींह पवे पूरा ऐदकी, फल चंगा लगे, पर पानी ही पानी हो जाए।
दूजी धी भी आ गई अद्धे घंटे बाद मिलन प्यो नूं, कहंदी बापू काम बड़ा सोहना, इन्ने भांडे ऐतकी असीं बनाए ने ना ते असीं हुण आवा पाण लगे आ, भांडे पकने ने, ये अरदास कर भी छिट ना पवे, मीह ना पवे। पहली कहती बापू अरदास कर, काम ही साडा इदां दा, किसे नूं मीह दी लोड़ है किसे नूं नहीं। वो कहंदा रब्बा जो तैनूं चंगा लगदा तू कर ली, मैं ते कुछ नहीं कहंदा। दोवें धीआं ने, तेरी मन्ना कि तेरी मन्ना, ओदी अरदास करांगा ते ओ मर जाएगी, ओदी करांगा ते ओ मर जाएगी, एक दा ही काम बनना है। और ये है सच्चाई। सानू लगदा हुंदा भी आ इदां क्यों हो रहा, पर ओदी भी लोड़ है। आ हुण ठंड आपां ने कहना किन्नी ठंड हो गई भी, किन्नी सीत, ते हिमाचल वाले जिहड़े लोग कहंदे ने बर्फ पैगी ते साडीआं फसलां चंगीआं होणगीआं, बिमारियां नाश खत्म हो जाणगीआं, ओह उडीकदे ने भी पैणी चाहीदी स्नो। आपां नूं लगदा भी हुण सर्दी बड़ी हो गई, यानी कि हर चीज़ है जिहड़ी हुण जिवें अजकल पिछे घट्टा चढ़ जांदा है गर्मियां च, भादरों दे महीनिਆਂ ਚ हनेरियां आउंदियां ने, उपर सारा दिसदा ही कख नहीं। ते विद्वान सज्जण मनदे ने कि परमेश्वर ने एक हिस्सा तांबे दी धरती रखी है जिथे कोई बंदा नहीं जांदा। वो जिहड़ी तांबे दी धरती है उत्थे सप ने, सप जू ने, सप वो तांबे दे उत्ते तड़फदे ने, वो तपदा है ते परमेश्वर उत्थे मिट्टी है नहीं, तांबा है ते ये जिन्नी मिट्टी उड़दी है ये उन्हां नूं उन्हां दी खुराक रब भेजदा है। आखो सतनाम। ये मिट्टी उड़ उड़ के उत्थे तक जांदी है। आपां नूं लगदा भी साह घुटदा है, बड़ी मिट्टी, हर परमेश्वर नूं पता किन्नू किद्दां सिर सिर रिजक संभाहे ठाकुर। उन्हें अपने भिन्न भिन्न तरीकिਆਂ नाल सारिਆਂ नूं रिजक देना, उन्होंने सारिਆਂ दा फिक्र है। सानू तो सिर्फ अपने बारे देखदा भी मेरी फसल होनी चाहिए है, मेरे इन्ना ना होवे। परमेश्वर नूं सारिਆਂ दा फिक्र, असीं कल्ले थोड़ा, सब दा फिक्र है। वो सब नूं वेखदा, चित्ते अंदर सब को एक नदरी हेठ चलाएंदा, ओदे सारे चेते विच ने। किड्डा वड्डा चेता होना रब दा। कई बंदियां दी याद शक्ति बड़ी तेज होंदी, तिखण बुद्धि, वो भुलदे नहीं। एक बारी गल किसी ने कहती भुलणगे नहीं, याददाश्त एडी तकड़ी होंदी। ते संगत जी रब है ना जेड़ा कहंदे ओदा चेता एडा वड्डा है, हरेक जीव ओदे चेते च है भी केड़ी कीड़ी है, ओदे किन्ने बच्चे ने, ओ किन्ने समय दी हो गई है, फलाना जीव है कित्थे है, हरेक बारे पता है। अरबां खरबां जीव दुनिया विच ने, हरेक बारे पता है। परमेश्वर दा एडा वड्डा चेता है। ते सुनो जरा, चिंतन करन वाला है जेड़ा, ओदा चेता भी ओडा वड्डा ही हो जाता। जेड़ा रब दा चिंतन करदा है वो रब वर्गा है। चिंतन करदा 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 रब रब करदा रब वर्गा हो जाता है, ओदा चेता भी रब जिड्डा ही हो जाता है। ओनू भी पता लग जाता पहला मैं कौन सा ते अगे जाके की बनांगा। आखो सतनाम श्री वाहिगुरू। अगे जाके की बनांगा। जिवें हाथी दे जन्म मैं धारिया, महात्मा बुद्ध ने कहा सी मैं हाथी भी बनया पिछले जन्मां च। कलगीधर जी ने नहीं कहा मैं हेमकुंड की धरती ते तप कीता है। इस जन्म च ते महाराज गए ही नहीं। गुरु गोबिंद सिंह महाराज, इस गुरु गोबिंद सिंह साहब सच्चे पातशाह नहीं गए, पर उन्हां दा चेता एडा वड्डा हो गया चिंतन करन करके। ये भी पता सी किहड़े जन्म च मैं कित्थे गया। हजूर साहब भी महाराज कहंदे मैं पहला आया, इत्थे भी मैं तप कीता। सतगुरु ने आख्या हेमकुंड साहब की धरती ते भी मैं तप कीता। एडा चेता। कई महापुरखा ने दसिया भी आ जगह पट्टो भाई इत्थे सतगुरु दी निशानियां निकल गई इस जगह ते, क्योंकि उन्हां दा चेता भी एडा वड्डा हो जांदा चिंतन करन करके। जिवें रब दे अंदर ने चेते ने सारे, ते जेड़े रब दा नाम जपण उन्हां नूं सारा पता हुंदा है। वो गल वखरी है भी वो दसन भावें ना दसन, ये उन्हां दी मौज है। वो दसदे भी नहीं, बहुता रौला नहीं पाउंदे, फिर दुनिया मगर तुर पैंदी है। आ दसो जी, आ दसो जी, पता कईयां नूं सारा हुंदा है। रंगे होए जेड़े महापुरख होणगे। ते आओ जो मैं बेनती करदा सा, बारिश ना पई, महात्मा नूं आख्या बाबा जी मींह पै जाए। महापुरुष आखन लगे अरदास करने आ, पर यह चेता रखी राजिया जेड़ा मींह वाला पानी पीएगा पागल हो जाएगा, अरदास ना ही करा। वजीर कहंदा नहीं राजा साहब करा लो। कहंदे वो पागल हो गई जनता, आपां की करांगे। वो कहंदे आपां दोवें ना पीआंगे, इन्ना क पानी जमा कर लैंदे आ, ये पींदे ने पी लैण दे, पागल ये होणगे, आपां ते नहीं हुंदे। देखो वजीर किदां दा राजा, कहंदा पागल ही हो जाएगी जनता, कोई गल नहीं, मींह पवा पैना चाहिए, फसल ते होवे,
मेरा खजाना खाली हो जाएगा। बारिश पै गई, मीह पै गया, सारे ही पागल हो गए। अज वालियां तो पैंदा नहीं मीह, इदां दा नहीं ते भी पागल कर देन सारे। अजकल तो पैंदा ही नहीं, इदां दा मीह पै जाए इन्हां दे हत्थ विच होवे ते कर देण। पर बारिश पई, कहते मीह जेड़ा पानी पीए पागल हो जाए, जेड़ा मीह वाला पानी पीए पागल हो जाए। सारे पागल हो गए, राजा ते वजीर दोवें सियाणे। हुण सारे पागलों नूं जेड़े दो सियाणे ने वो पागल लगदे ने। कमला होवे एक समझावे वेड़ा, कमला ही हो जाए वेड़ा समझावे केड़ा। फिर वो सारे कहण लगे दोने पागल ने, आपां सारे सियाणे, इन्हां नूं मारो। ये वखरी गल करदे ने अपने। वो लैके हथियार मारन तुर पए। वजीर कहंदा है, राजा कहंदा ओए तेरी सलाह मन के मीह ते पवा लिया ते आपां नूं मारन तुरे आउंदे आ, हुण की करिए। कहंदा जी इक्को ही सलाह है मेरी भी, मीह वाला पानी हुण आपां भी पी लैंदे आ, हुण तरीका कोई नहीं बचण दा। जे इन्हां तो बचना है ते इन्हां विच रलना पएगा। जे बचना है, ये सच गल है कि अजकल जेड़े चंगे भी ने वो भी कहंदे ने भी जे दुनिया च रहना है ते इन्हां वर्गे हो जाओ। सच्ची गल है कि जेड़ा बंदा भी चंगा भी है, चंगा ऑफिसर बच्चे लगते हैं, कहते हैं इत्थे ते इन्नियां बेईमानियां, वो भी फिर उदां दा ही बन जाए जिद्दां दी दुनिया। पर हिसाब किताब ते अपना अपना होना है, करमी आपो अपनी। हिसाब किताब ते अपना है ना, कर्म ते अपने अपने ते नवेड़ा होना है। किसी ने थोड़ा आके खलो जाना है, किसी ने थोड़ा आके आखना भी लिया तेरा हिस्सा वंडा लेना। इत्थे ते महाराज दे बचन आपां पढ़ने आ, बहु परपंच कर पर धन लियावे, सुतदारा पह आन लुटावे, मन मेरे भूले कपट न कीजै, अंत नबेरा तेरे जी पह लीजै। हिसाब किताब ते तेरे नाल होना है। पापड़ वेल वेल के बहु परपंच कर करके पर धन पराया धन लैके आउना, सुतदारा बच्चियां ते घर वाली तो लुटाउना है। पर याद रख हिसाब किताब तेरे कल्ले नाल होना है। पुछया ते तेरे तो जाना है, अंत नवेरा तेरे जी पह लीजै, छिन छिन तन छीजै, जरा जनावे बुढ़ेपा आ रहा है, शरीर छिजदा जा रहा है। तब तेरी ओक कोई पानी हो ना पावे, पानी नहीं पाउंदे। कहो कबीर कोई नहीं तेरा, हृदय राम की ना जप है सवेरा। इसे करके लेखा तेरे आकर माना, 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 लेखा तेरे आकर माना। होने धर्म दुआरे, होने धर्म दुआरे, लेखा तेरे आकर माना, लेखा तेरे आकर माना। होने धर्म दुआरे, लेखा तेरे आकर माना, लेखा तेरे आकर माना। होने धर्म दुआरे, लेखा तेरे आकर माना, लेखा तेरे आकर माना। एक दिन होना, एक दिन होना धर्म दुआरे, लेखा तेरे आकर माना, लेखा तेरे आकर माना। होना धर्म दुआरे, लेखा तेरे आकर माना, लेखा तेरे आकर माना। होने धर्म दुआरे, लेखा तेरे आकर माना, लेखा तेरे आकर माना। सकिया भैन भरावां ने, 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 सकिया भैन भरावां ने। धक्का सुट के पीछे मुड़ आउणा, सुट के पीछे मुड़ आउणा, तेरे सकिया भैन भरावां ने, सकिया भैन भरावां ने। पीछे मुड़
तेरी ते साडी टुट गई। सब डक्का तोड़ के सुट के मुड़ वापस आ जाणगे। ते संगत जी कई थावां उत्ते ना ते मरे दा धुआं भी आ जाए पिंड वाले पासे, कई थावां उत्ते ते मरे दा धुआं भी आ जाए तां भी आखणगे ਇਹਦਾ ਧੂਆਂ ਪਿੰਡ ਵਾਲੇ ਪਾਸੇ ਆ ਰਿਹਾ, ਇਹ ਕੱਲਾ ਨਹੀਂ ਇੱਕ ਅੱਧੇ ਨੂੰ ਹੋਰ ਵੀ ਲਿਜਾਏਗਾ। ਆਪਾਂ ਚੌੜੇ ਹੋਏ ਫਿਰਨੇ ਆ ਮੋਟਰਸਾਈਕਲਾਂ ਤੇ ਵੀ ਸਾਡੇ ਨਾਲ ਹੀ ਪਿੰਡ ਵਸਦਾ, ਗਲੀਆਂ 'ਚ ਗੇੜੇ ਦਿੰਨੇ ਆ ਨਾ ਵੀ ਅਸੀਂ ਹੋਈ ਆ ਬਸ ਪਿੰਡ 'ਚ, ਹੋਰ ਤੇ ਹੈ ਨਹੀਂ ਬਣਦਾ ਮੇਰੇ ਵਰਗਾ ਕਿਹੜਾ ਇਸ ਪਿੰਡ 'ਚ। ਮੈਨੂੰ ਕਿੰਨੀਆਂ ਸਲਾਮਾਂ ਕਰਦੇ ਆ ਲੋਕ, ਮੇਰੇ ਨਾਲ ਹਰੇਕ ਹੱਥ ਬੁਲਾ ਕੇ ਲੰਘਦਾ, ਕਿੰਨੀ ਇੱਜ਼ਤ ਹੈ ਆਪਣੀ। ਪਰ ਤੇਰਾ ਤੇ ਧੂਆਂ ਵੀ ਪਿੰਡ ਵੱਲ ਨਹੀਂ ਚੱਲਣਾ ਇਹਨਾਂ ਲੋਕਾਂ ਨੇ, ਧੂਆਂ ਵੀ। ਇਸ ਕਰਕੇ ਕਿਸੇ ਤਰ੍ਹਾਂ ਦਾ ਵੀ ਮਾਨ ਕਰਨਾ ਮਾੜਾ ਹੈ, ਹਿਸਾਬ ਕਿਤਾਬ ਤੇ ਕੱਲਿਆਂ ਨਾਲ ਹੋਣਾ ਹੈ। ਆਓ ਜੋ ਬੇਨਤੀ ਮੈਂ ਕੱਲ ਕਰਦਾ ਸਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਥੋੜੇ ਮਿੰਟ ਕਰੀਏ। ਮਾਧੋ ਦਾਸ ਵੈਰਾਗੀ ਦੇ ਡੇਰੇ ਕਲਗੀਆਂ ਵਾਲੇ ਸਤਿਗੁਰੂ ਗਏ ਨਾ ਜਦੋਂ, ਉਹਨੂੰ ਵੀ ਬੜਾ ਮਾਨ ਸੀ ਭਗਤੀ ਦਾ, ਵੀ ਮੇਰਾ ਜਪ ਤਪ ਬੜਾ ਹੈ, ਭਗਤੀ ਬੜੀ ਕੀਤੀ ਮੈਂ। ਵੇਖੋ ਸਾਡੇ ਸਤਿਗੁਰੂ ਤੇ ਕਹਿੰਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਿਤੇ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤੈਨੂੰ ਤਰਸ ਆਇਆ, ਮੈਂ ਤੇ ਅਵਗੁਣਾਂ ਦਾ ਭਰਿਆ ਹੋਇਆ। ਬਾਣੀ ਲਿਖਣ ਵਾਲੇ ਏਡੀ ਨਿਮਰਤਾ ਵਾਲੇ ਨੇ, ਆਪਾਂ ਉਹੀ ਬਾਣੀ ਪੜ੍ਹ ਕੇ ਮਾਨ ਕਰ ਲਏ ਮੇਰੇ ਵਰਗਾ ਭਗਤੀ ਕੋਈ ਨਹੀਂ, ਮੈਂ ਇੰਨਾ ਪਾਠ ਕਰਨਾ, ਮੈਂ ਇੰਨਾ ਨਿਤਨੇਮ ਕਰਨਾ। ਜਿਨ੍ਹਾਂ ਨੇ ਬਾਣੀ ਲਿਖੀ ਹੈ ਉਹ ਇੰਨੀ ਨਿਮਰਤਾ ਵਾਲੇ ਆ ਸਾਡੇ ਸਤਿਗੁਰੂ, ਆਪਣੇ ਆਪ ਨੂੰ ਕਿੰਨਾ ਨੀਵਾਂ ਰੱਖਿਆ ਉਹਨਾਂ ਨੇ। ਤੇ ਅਰਜ਼ ਕਰਾਂ ਕਲਗੀ ਵਾਲੇ ਸੱਚੇ ਪਾਤਸ਼ਾਹ ਮਾਧੋ ਦਾਸ ਵੈਰਾਗੀ ਨੂੰ ਆਖਣ ਲੱਗੇ, ਮਾਧੋ ਦਾਸ ਭਾ ਕੇ ਪਲੰਗੇ ਉੱਤੇ ਸਾਧੂਆਂ ਨੂੰ ਪਲੰਗਾ ਮੂਧਾ ਮਾਰ ਦੇਣਾ ਹੈ, ਇਹ ਕਿੱਧਰ ਦੀ ਤੇਰੀ ਸ਼ਕਤੀ ਹੈ? ਜੇ ਸ਼ਕਤੀ ਵਿਖਾਉਣੀ ਆ ਜਾ ਪੰਜਾਬ ਦੀ ਧਰਤੀ ਤੇ ਵੇਖ ਜਾ ਕੇ ਕਿਵੇਂ ਕਤਲੇਆਮ ਹੋ ਰਿਹਾ ਹੈ, ਕਿਵੇਂ ਤਸੀਹੇ ਨਿੱਕੇ ਨਿੱਕੇ ਬੱਚਿਆਂ ਨੂੰ ਦਿੱਤੇ ਜਾ ਰਹੇ ਨੇ। ਜੇ ਸ਼ਕਤੀ ਵਿਖਾਉਣੀ ਆ ਤੇ ਉੱਥੇ ਨੂੰ ਚੱਲ। ਕਹਿੰਦਾ ਗਰੀਬ ਨਵਾਜ਼ ਜਿੱਧਰ ਦਿਲ ਕਰਦਾ ਭੇਜ ਦਿਓ, ਮੈਂ ਤੁਹਾਡਾ ਸੇਵਕ ਹਾਂ, ਜਿੱਥੋਂ ਤੁਹਾਡਾ ਹੋ ਗਿਆ। ਤੇ ਕੱਲ ਵੀ ਅਰਜ਼ ਕੀਤੀ ਸੀ ਕਿਸੇ ਦੇ ਬਣਨਾ ਹੀ ਔਖਾ ਹੁੰਦਾ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ, ਸੇਵਕ ਕੌਣ ਹੈ? ਜਿਹੜਾ ਤੋੜ ਨਿਭਾਵੇ। ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਸੇਵਕ ਉਹ ਹੈ ਜਿਹੜਾ ਸਾਰੀ ਜ਼ਿੰਦਗੀ ਸਤਿਗੁਰੂ ਨਾਲ ਨਿਭਾ ਦੇਵੇ। ਕਲਗੀਧਰ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਜਿੱਦਾਂ ਦਾ ਬਣਾਉਣਾ ਹੈ ਬਣਾ ਦਿਓ, ਜਿੱਧਰ ਭੇਜਣਾ ਹੈ ਭੇਜ ਦਿਓ। ਕਲਗੀਧਰ ਜੀ ਨੇ ਫਿਰ ਥਾਪੜਾ ਦਿੱਤਾ। ਹੁਣ ਥੋੜਾ ਜਿਹਾ ਇਤਿਹਾਸ 'ਚ ਪਿੱਛੇ ਚੱਲੀਏ। ਔਰੰਗਜ਼ੇਬ ਬਾਦਸ਼ਾਹ ਨੇ ਸਾਧ ਸੰਗਤ ਜਦੋਂ ਇਹ ਗੱਦੀ ਤੇ ਬੈਠਾ ਹੈ ਨਾ, ਬਾਦਸ਼ਾਹ ਬਹਾਦਰ ਸ਼ਾਹ, ਖਿਮਾ ਕਰਿਓ ਬਹਾਦਰ ਸ਼ਾਹ, ਬਹਾਦਰ ਸ਼ਾਹ ਜਦੋਂ ਗੱਦੀ ਤੇ ਬੈਠਾ ਹੈ, ਇਹਦਾ ਵੱਡਾ ਭਰਾ ਤਾਰਾ ਆਜਮ ਤੇ ਬਹਾਦਰ ਸ਼ਾਹ ਦਾ ਬੜਾ ਝਗੜਾ ਸੀ। ਨੰਦ ਭਾਈ ਨੰਦ ਲਾਲ ਨੂੰ ਵਿਚਾਲੇ ਪਾਇਆ ਤੇ ਸੁਨੇਹਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮੇਰੀ ਮਦਦ ਕਰੋ। ਜੇ ਤੁਹਾਡੇ ਸਿੰਘ ਮੇਰੀ ਮਦਦ ਕਰ ਦੇਣ ਜਾਂ ਤੁਸੀਂ ਮੇਰੀ ਮਦਦ ਕਰ ਦਿਓ, ਖਾਲਸਾ ਮੇਰੀ ਮਦਦ ਕਰ ਦੇਵੇ ਤੇ ਫਿਰ ਗੱਦੀ ਤੇ ਮੈਂ ਬਹਿ ਸਕਣਾ। ਹੱਕ ਤੇ ਹੈ ਵੱਡੇ ਭਰਾ ਦਾ ਤਾਰਾ ਆਜਮ ਦਾ, ਪਰ ਤੁਹਾਨੂੰ ਪਤਾ ਮੇਰੇ ਪਿਓ ਔਰੰਗਜ਼ੇਬ ਵਰਗਾ ਹੀ ਹੈ ਉਹ ਵੀ, ਤੇ ਮੈਂ ਤੁਹਾਡੇ ਨਾਲ ਰਵਾਂਗਾ, ਜੋ ਕਹੋਗੇ ਮੈਂ ਮੰਨਾਂਗਾ। ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਤਰਲਾ ਲਿਆ। ਹੁਣ ਗੁਰੂ ਘਰ ਦਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸਿੰਘ ਦਾ। ਕਲਗੀਧਰ ਨੇ ਆਖਿਆ ਓਏ ਤਾਰਾ ਆਜਮ ਹੈ ਔਰੰਗਜ਼ੇਬ ਦਾ ਵੱਡਾ ਪੁੱਤਰ, ਉਹਦਾ ਸੁਭਾਅ ਆਪਣੇ ਪਿਓ ਵਰਗਾ ਹੀ ਹੈ, ਤੇ ਬਹਾਦਰ ਸ਼ਾਹ ਦੀ ਮਦਦ ਕਰੋ ਸਿੱਖੋ। ਤੇ ਮਹਾਰਾਜ ਨੇ ਆਖਿਆ ਉਹਨੂੰ ਆਖੋ ਵੀ ਮਦਦ ਤੇਰੀ ਕਰਾਂਗੇ ਤੇ ਗੱਦੀ ਤੇ ਵੀ ਤੂੰ ਹੀ ਬਹੇਗਾ, ਔਰੰਗਜ਼ੇਬ ਦੀ ਗੱਦੀ ਤੇ ਤੂੰ ਬੈਠੇਗਾ, ਹਿੰਦੁਸਤਾਨ ਦਾ ਮਾਲਕ ਤੂੰ ਬਣੇਗਾ, ਗੱਦੀ ਤੈਨੂੰ ਦਵਾਵਾਂਗੇ, ਪਰ ਕੁਝ ਸਾਡੀਆਂ ਸ਼ਰਤਾਂ ਨੇ ਉਹ ਤੈਨੂੰ ਮੰਨਣੀਆਂ ਪੈਣਗੀਆਂ। ਉਹਨੇ ਸੁਨੇਹਾ ਭੇਜਿਆ ਮਹਾਰਾਜ ਸ਼ਰਤਾਂ ਦੱਸੋ। ਕਲਗੀਆਂ ਵਾਲੇ ਆਖਣ ਲੱਗੇ ਸ਼ਰਤਾਂ ਦੱਸਾਂਗੇ ਬਾਅਦ ਵਿੱਚ, ਜਦੋਂ ਗੱਦੀ ਮਿਲ ਜਾਏਗੀ ਤੈਨੂੰ, ਬਾਅਦ ਵਿੱਚ ਤੈਨੂੰ ਦੱਸਾਂਗੇ ਵੀ ਸਾਡੀ ਸ਼ਰਤ ਕੀ। ਕਹਿੰਦਾ ਮੈਨੂੰ ਰਾਜ ਭਾਗ ਮਿਲਣਾ ਚਾਹੀਦਾ ਹੈ। ਗੱਲ ਮੁਕਾਓ। ਜੰਗ ਹੋਏ ਨੇ, ਤਾਰਾ ਆਜਮ ਮਰ ਗਿਆ ਤੇ ਗੱਦੀ ਮਿਲੀ ਬਹਾਦਰ ਸ਼ਾਹ ਨੂੰ। ਜਦੋਂ ਬਹਾਦਰ ਸ਼ਾਹ ਨੂੰ ਗੱਦੀ ਮਿਲੀ, ਖਾਲਸੇ ਨੇ ਪੂਰੀ ਮਦਦ ਕੀਤੀ, ਭਾਵੇਂ ਸਿੰਘ 250 ਸਿੰਘ ਹੀ ਭੇਜਿਆ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ।
250 ਸਿੰਘ ਹੀ, ਪਰ ਉਹ 250 ਵੀ ਭਾਰੂ ਪੈ ਗਿਆ ਸੀ ਫੌਜਾਂ ਤੇ। ਜਦੋਂ ਆਗਰੇ ਬੁਲਾਇਆ ਨਾ, ਤਾਜਪੋਸ਼ੀ ਹੋਣੀ ਸੀ, ਬਹਾਦਰ ਸ਼ਾਹ ਨੂੰ ਗੱਦੀ ਤੇ ਬਹਾਇਆ ਜਾਣਾ ਸੀ, ਉਦੋਂ ਬੁਲਾਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਵੀ ਸੱਦਾ ਦਿੱਤਾ। ਕਲਗੀਆਂ ਵਾਲੇ ਗਏ ਨੇ ਬਹਾਦਰ ਸ਼ਾਹ ਦੀ ਤਾਜਪੋਸ਼ੀ ਤੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜਦੋਂ ਏਦਾਂ ਸਤਿਗੁਰਾਂ ਨੂੰ ਉੱਚੇ ਥਾਂ ਤੇ ਉਹਨੇ ਚੰਦਨ ਦੀ ਚੌਂਕੀ ਦਿੱਤੀ ਬੈਠਣ ਵਾਸਤੇ, ਉੱਥੇ ਬੈਠਾ ਸੀ ਇੱਕ ਕਾਜੀ। ਉਹ ਬੜੇ ਤੜਫੇ, ਸਾਰੇ ਕਾਜੀ ਵੀ ਹੈ ਇਹ ਗੁਰੂ ਗੋਬਿੰਦ ਸਿੰਘ, ਅਸੀਂ ਜਿੰਨੇ ਮੁਸਲਮਾਨ ਕਾਜੀ ਆ ਸਾਨੂੰ ਨੀਵੇਂ ਬਾਇਆ, ਇਹਨਾਂ ਨੂੰ ਉੱਚੇ ਬਾਤਾ ਬਹਾਦਰ ਸ਼ਾਹ ਨੇ। ਰਾਜੇ ਨੇ, ਆਪਣੇ ਬਾਦਸ਼ਾਹ ਨੇ ਕਿੱਡਾ ਵੱਡਾ ਸਤਿਕਾਰ ਦਿੱਤਾ ਇਹਨਾਂ ਨੂੰ, ਬੜੇ ਦੁਖੀ ਹੋਏ। ਵਿੱਚੋਂ ਇੱਕ ਬੋਲਿਆ ਕਾਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਤੁਹਾਡਾ ਕਰਾਮਾਤ ਬਾਰੇ ਕੀ ਵਿਚਾਰ ਹੈ? ਸਾਰੀ ਸਭਾ ਚ ਕਲਗੀਧਰ ਨੇ ਨਾ 1 ਰੁਪਈਆ ਏਦਾਂ ਸੁੱਟਿਆ, ਕਹਿੰਦੇ ਆ ਵੇਖ ਇਹ ਕੀ ਹੈ? ਕਹਿੰਦਾ ਪੈਸਾ। ਮਹਾਰਾਜ ਕਹਿੰਦੇ ਪੈਸਾ ਵੀ ਕਰਾਮਾਤ ਹੀ ਹੁੰਦੀ ਹੈ, ਜੋ ਮਰਜ਼ੀ ਕਰ ਲੋ ਇਹਦੇ ਨਾਲ, ਇਹ ਵੀ ਇੱਕ ਕਰਾਮਾਤ ਹੀ ਹੈ। ਕਿਸੇ ਨੂੰ ਵੀ ਖਰੀਦਿਆ ਜਾ ਸਕਦਾ ਹੈ, ਪੈਸੇ ਨਾਲ ਵੀ ਬੜਾ ਕੁਝ ਹੋ ਜਾਂਦਾ ਹੈ, ਕਰਾਮਾਤ ਹੈ। ਕਹਿੰਦੇ ਨਹੀਂ ਜੀ ਮੈਂ ਤੇ ਦੂਜੀ ਕਰਾਮਾਤ ਦੀ ਗੱਲ ਕਰਦਾ। ਉਹਨੂੰ ਇਹ ਸੀ ਵੀ ਗੁਰੂ ਗੋਬਿੰਦ ਸਿੰਘ ਦੀ ਮੈਂ ਤੋਹੀਨ ਕਰਾਂ। ਭਰੀ ਸਭਾ 'ਚ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ ਮੈਂ ਤੇ ਕਰਾਮਾਤ ਦੀ ਗੱਲ ਕਰਨਾ। ਮਹਾਰਾਜ ਕਹਿੰਦੇ ਆ ਵੇਖ ਬਾਦਸ਼ਾਹ ਸਾਹਮਣੇ ਬੈਠਾ, ਇਹ ਵੀ ਕਰਾਮਾਤ ਹੀ ਹੈ, ਬਾਦਸ਼ਾਹ ਵੀ ਕਰਾਮਾਤ ਹੀ ਹੈ, ਜੋ ਚਾਵੇ ਇਹ ਕਰ ਸਕਦਾ, ਇਹਦਾ ਚੱਲਦਾ ਹੈ ਹੁਕਮ, ਇਹ ਵੀ ਕਰਾਮਾਤ ਹੈ, ਜਿਉਂਦੀ ਜਾਗਦੀ ਤਖਤ ਤੇ ਬੈਠੀ ਕਰਾਮਾਤ। ਕਹਿੰਦਾ ਜੀ ਮੈਂ ਤੇ ਦੂਜੀ ਕਰਾਮਾਤ। ਉਹ ਜਾਣ ਕੇ ਭਰੀ ਸਭਾ ਵਿੱਚ ਕਹਿਣਾ ਚਾਹੁੰਦਾ ਸੀ, ਫਿਰ ਕਲਗੀਧਰ ਤੋਂ ਰਿਹਾ ਨਾ ਗਿਆ, ਤਲਵਾਰ ਦੇ ਮੁੱਠੇ ਤੇ ਹੱਥ ਪਾਇਆ, ਜ਼ੋਰ ਨਾਲ ਤਲਵਾਰ ਬਾਹਰ ਕੱਢ ਲਈ। ਕਹਿੰਦੇ ਆ ਜਾ ਫਿਰ, ਆ ਕਰਾਮਾਤ ਵੀ ਹੈ ਸਾਡੇ ਕੋਲ, ਤੇਰੇ ਵਰਗਿਆਂ ਨੂੰ ਸਿੱਧੇ ਕਰ। ਕਲਗੀਧਰ ਕਹਿੰਦੇ ਆ ਕਰਾਮਾਤ ਵੀ ਹੈ ਸਾਡੇ ਕੋਲ। ਜਦੋਂ ਤਲਵਾਰ ਬਾਹਰ ਕੱਢੀ ਉੱਥੇ ਚੁੱਪ ਕਰ ਗਿਆ, ਫਿਰ ਨਹੀਂ ਬੋਲਿਆ, ਨੀਵੀਂ ਪਾ ਕੇ ਬਹਿ ਗਿਆ ਦੂਰ ਜਾ ਕੇ। ਬਹਾਦਰ ਸ਼ਾਹ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਦੀ ਮਿਲ ਗਈ, ਤੈਨੂੰ ਹੁਣ ਤਾਜਪੋਸ਼ੀ ਹੋ ਗਈ। ਕਹਿੰਦਾ ਹੁਣ ਤੁਹਾਡੀ ਸ਼ਰਤ ਦੱਸੋ। ਸਤਿਗੁਰੂ ਤੁਹਾਡਾ ਬੜਾ ਧੰਨਵਾਦ, ਮੈਂ ਗੱਦੀ ਤੇ ਬਹਿ ਗਿਆ, ਮੈਂ ਤੁਹਾਡੇ ਨਾਲ ਆ, ਹੁਣ ਮੈਨੂੰ ਦੱਸੋ ਵੀ ਤੁਹਾਡਾ ਹੁਕਮ ਕੀ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਆਖਣ ਲੱਗੇ ਆ ਲੈ 17 ਬੰਦਿਆਂ ਦੀ ਲਿਸਟ, ਜਿਹਦੇ ਵਿੱਚ ਸਮਾਣੇ ਦੇ ਜਲਾਦ ਵੀ ਨੇ, ਵਜੀਦਾ ਵੀ ਸੀ, ਸੂਬਾ ਸਰਹੰਦ, ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ, ਸ਼ਹੀਦ ਕੀਤਾ, ਉਹ ਵੀ ਨੇ। ਸਾਰਿਆਂ ਦੀ ਲਿਸਟ ਦੇਤੀ। ਮਹਾਰਾਜ ਕਹਿੰਦੇ ਆ 17 ਬੰਦੇ ਨੇ, ਹੁਣ ਤੇਰਾ ਰਾਜ ਹੈ, ਇਹਨਾਂ 17 ਬੰਦਿਆਂ ਨੂੰ ਸਾਡੇ ਹਵਾਲੇ ਕਰ ਦੇ। ਜਿਵੇਂ ਚੰਦੂ ਨੂੰ ਹਵਾਲੇ ਕਰਤਾ ਸੀ ਨਾ ਬਾਦਸ਼ਾਹ ਨੇ, ਜਹਾਂਗੀਰ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਿਆ ਸੀ ਲੈ ਜਾਓ ਨੱਕ 'ਚ ਨਕੇਲ ਪਾ ਲਓ, ਇਹ ਦੋਸ਼ੀ ਹੈ ਤੁਹਾਡਾ। ਉਸ ਵੇਲੇ ਆਖਿਆ, ਮਹਾਰਾਜ ਕਹਿੰਦੇ 17 ਬੰਦੇ ਨੇ, ਇਹਨਾਂ ਨੇ ਇੰਨਾ ਪਾਪ ਕੀਤਾ ਹੈ, ਇਹਨਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ, ਇਹਨਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ, ਇਹ ਸਾਡੇ ਹਵਾਲੇ ਕਰ ਦੇ। ਇਹੋ ਜਿਹੇ ਬੰਦਿਆਂ ਨੂੰ ਜਿਉਣ ਦਾ ਕੋਈ ਹੱਕ ਨਹੀਂ। ਜਦੋਂ ਇੰਨੀ ਗੱਲ ਆਖੀ ਤੇ ਬਾਦਸ਼ਾਹ ਨੇ ਉਹੀ ਕੰਮ ਕੀਤਾ ਰਾਜਿਆਂ ਵਾਲਾ ਹੀ। ਕਹਿੰਦਾ ਮਹਾਰਾਜ ਨਵਾਂ ਗੱਦੀ ਤੇ ਬੈਠਾ, ਬਗਾਵਤ ਹੋ ਜਾਏਗੀ, ਰੌਲਾ ਪੈ ਜਾਏਗਾ, ਮਹਾਰਾਜ ਮੈਨੂੰ ਟਾਈਮ ਚਾਹੀਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਓਏ ਤੂੰ ਤੇ ਕਹਿੰਦਾ ਸੀ ਸ਼ਰਤਾਂ ਮੰਨਾਂਗਾ, ਹੁਣ ਅਸੀਂ ਤੈਨੂੰ ਸ਼ਰਤ ਦਸੀ ਏ, ਤੇਰਾ ਰਾਜ ਹੈ, ਤੂੰ ਕੀ ਨਹੀਂ ਕਰ ਸਕਦਾ? ਇਹ 17 ਬੰਦੇ ਨੇ, ਇਹ ਸਾਡੇ ਹਵਾਲੇ ਖਾਲਸੇ ਦੇ ਕਰ ਦੇ। ਗੁਰਮਖੋ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੀ ਮੈਂ ਜ਼ਾਲਮ ਨੂੰ ਰੋਕਣਾ, ਰੁਕ ਜਾ, ਪਾਪ ਨਾ ਕਰ। ਜਦੋਂ ਤੁਰਨਾ ਹੈ ਤੇ ਮਜਲੂਮ ਲਤਾੜੇ ਜਾਂਦੇ ਨੇ। ਕਲਗੀਧਰ ਕਹਿੰਦੇ ਮੇਰਾ ਆਖਾ ਨਾ ਮੰਨੇ ਨਾ ਰੁਕੇ, ਫਿਰ ਉਸ ਬੰਦੇ ਦੀਆਂ ਲੱਤਾਂ ਤੋੜ ਕੇ ਰੋਕਣ ਨੂੰ ਮੈਂ ਆਪਣਾ ਧਰਮ ਸਮਝਣਾ।